ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤਉ ਮੈਂ ਆਇਆ ਸ਼ਰਣੀ ਆਇਆ, ਭਰੋਸੈ ਆਇਆ ਕਿਰਪਾ ਆਇਆ। ਜਿਉ ਪਾਵੈ ਤਿਉ ਰਾਖੋ ਸੁਆਮੀ, ਮਾਰਗ ਗੁਰ ਹੈ ਪਠਾਇਆ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਸ੍ਰੀ ਵਾਹਿਗੁਰੂ ਜੀ, ਤੇਰਾ ਵਖਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ। ਸੇਵਕ ਸੇਵਹਿ ਭਾਉ ਕਰ, ਲਾਗਾ ਸਾਉ ਪ੍ਰਾਣੀ। ਸਾਉ ਪ੍ਰਾਣੀ ਤਿਨਾ ਲਾਗਾ, ਜਿਨੀ ਅੰਮ੍ਰਿਤ ਪਾਇਆ। ਨਾਮ ਤੇਰੇ ਜੋਏ ਰਾਤੇ, ਨਿਤ ਚੜ੍ਹੈ ਸਵਾਇਆ। ਇਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨਾ ਇਕ ਪਛਾਣੀ। ਵਖਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਦੇ ਦੀਵਾਨ ਸਤਿਗੁਰੂ ਜੀ ਦੀ ਹਜ਼ੂਰੀ 'ਚ ਸਜੇ ਨੇ। ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਨਾਲ ਜੋੜੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਵਿੱਚ ਜੋ ਛੰਤ ਉਚਾਰਨ ਕੀਤੇ ਹਨ, ਇਹਨਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਪ੍ਰੇਮ ਸਹਿਤ ਸਰਵਣ ਕਰੀਏ। ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰਾ ਵਖਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ। ਹੇ ਵਾਹਿਗੁਰੂ, ਜਿਸ ਸਮੇਂ ਤੂੰ ਚੇਤੇ ਆਉਂਦਾ ਹੈ, ਜਿਹੜੇ ਟਾਈਮ 'ਤੇ ਤੇਰੀ ਯਾਦ ਆਉਂਦੀ ਹੈ, ਤੇਰਾ ਭਜਨ ਕਰੀਦਾ ਹੈ, ਵਾਹਿਗੁਰੂ ਵਾਹਿਗੁਰੂ ਜਪੀਦਾ ਹੈ, ਗੁਰਬਾਣੀ ਦਾ ਪਾਠ ਕਰੀਦਾ ਹੈ, ਨਾਮ ਜਪੀਦਾ ਹੈ, ਉਹ ਸਮਾਂ ਬੜਾ ਸੁਹਾਵਣਾ ਹੁੰਦਾ ਹੈ। ਸੰਸਾਰ ਦੇ ਜਿੰਨੇ ਵੀ ਸੁੱਖ ਭੋਗ ਹਨ, ਉਹਨਾਂ ਵਿੱਚ ਬੇਚੈਨੀ ਪਰੇਸ਼ਾਨੀ ਨਾਲ ਨਾਲ ਰਹਿੰਦੀ ਹੈ। ਪਰ ਜਿਹੜੀ ਗੁਰੂ ਕੀ ਬਾਣੀ ਦਾ ਆਨੰਦ ਹੈ, ਕੀਰਤਨ ਦਾ ਆਨੰਦ ਹੈ, ਕਥਾ ਦਾ ਆਨੰਦ ਹੈ, ਇਹ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦਾ ਹੈ। ਇਸ ਕਰਕੇ ਸਭ ਤੋਂ ਸੁਹਾਵਾ ਟਾਈਮ ਜਿਹੜਾ ਹੈ, ਸਭ ਤੋਂ ਵਧੀਆ ਟਾਈਮ ਜਿਹੜਾ ਹੈ, ਉਹ ਉਹੀ ਹੈ ਜਿਹੜੇ ਵੇਲੇ ਮਹਾਰਾਜ ਜੀ ਚੇਤੇ ਆਉਂਦੇ ਹੋ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਤੇਰਾ ਵਖਤ ਸੁਹਾਵਾ, ਉਹ ਸਮਾਂ, ਉਹ ਵਕਤ, ਉਹ ਟਾਈਮ ਸੋਹਣਾ ਹੈ। ਅੰਮ੍ਰਿਤ ਤੇਰੀ ਬਾਣੀ। ਅਤੇ ਮਹਾਰਾਜ ਤੁਹਾਡੇ ਬੋਲ, ਤੁਹਾਡੀ ਬਾਣੀ ਜਿਹੜੀ ਧੁਰ ਦਰਗਾਹ ਤੋਂ ਆਈ ਹੈ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਉਹ ਧੁਰ ਦਰਗਾਹ ਤੋਂ ਆਈ ਹੋਈ ਬਾਣੀ ਵੀ ਅੰਮ੍ਰਿਤ ਵਰਗੀ ਮਿੱਠੀ ਹੈ। ਮਿਰਤੂ ਤੋਂ ਰਹਿਤ ਕਰ ਦੇਵੇ ਜੋ ਉਸ ਨੂੰ ਅੰਮ੍ਰਿਤ ਕਹਿੰਦੇ ਹਨ। ਹਰ ਵੇਲੇ ਸਾਨੂੰ ਮੌਤ ਦਾ ਡਰ ਹੈ। ਮੌਤ ਵੀ ਕਈ ਪ੍ਰਕਾਰ ਦੀ ਹੈ। ਸਾਡੀ ਇਸ ਦੇਹ ਵਿੱਚੋਂ ਆਤਮਾ ਦਾ ਛੁੱਟ ਜਾਣਾ, ਇਸ ਸਰੀਰ ਨੂੰ ਛੱਡ ਕੇ ਕਿਸੇ ਹੋਰ ਸਰੀਰ ਵਿੱਚ ਜਾਂ ਹੋਰ ਲੋਕ ਵਿੱਚ ਚਲੇ ਜਾਣਾ, ਇਹ ਤਾਂ ਸਾਰਿਆਂ ਨੂੰ ਹੀ ਮੌਤ ਦਿਸਦੀ ਹੈ। ਪਰ ਵੈਸੇ ਮੌਤ ਇਸ ਤੋਂ ਇਲਾਵਾ ਹੋਰ ਵੀ ਬੜੇ ਪ੍ਰਕਾਰ ਦੀ ਮੌਤ ਹੈ। ਜਿਹੜਾ ਕੰਮ ਚੱਲ ਰਿਹਾ ਹੈ, ਵਰਤਮਾਨ ਵਿੱਚ ਜਿਹੜਾ ਸੁੱਖ ਭੋਗ ਰਹੇ ਹਾਂ, ਜਿਹੜਾ ਸਵਾਦ ਬਣਿਆ ਹੋਇਆ ਹੈ, ਇਹ ਖਤਮ ਹੋ ਜਾਵੇ, ਇਸ ਗੱਲ ਦੀ ਚਿੰਤਾ ਵੀ ਇੱਕ ਮੌਤ ਹੈ।
ਹਰ ਵੇਲੇ ਚਿੰਤਾ ਲੱਗੀ ਰਹਿੰਦੀ ਹੈ। ਅੱਜ ਤੱਕ ਤਾਂ ਸਭ ਠੀਕ ਰਿਹਾ, ਕੱਲ੍ਹ ਨੂੰ ਕੀ ਬਣੇਗਾ। ਅੱਜ ਤੱਕ ਤਾਂ ਸਾਰਾ ਕੁਝ ਵਧੀਆ ਰਿਹਾ, ਨਾਰਮਲ ਰਿਹਾ, ਕੱਲ੍ਹ ਨੂੰ ਕੋਈ ਮੁਸੀਬਤ ਆ ਗਈ ਫਿਰ ਕੀ ਕਰਾਂਗੇ। ਭਵਿੱਖ ਦੀ ਚਿੰਤਾ ਵੀ ਇੱਕ ਬਹੁਤ ਵੱਡੀ ਮੌਤ ਹੈ, ਮੌਤ ਨਾਲੋਂ ਵੀ ਵੱਡੀ ਮੌਤ ਹੈ। ਇਸੇ ਕਰਕੇ ਕਹਿੰਦੇ ਨਾ, ਚਿੰਤਾ ਚਿਖਾ ਸਮਾਨ ਹੈ। ਅਤੇ ਸਾਰੀ ਦੁਨੀਆ ਦੇ ਵਿੱਚ ਚਿੰਤਾ ਦਾ ਰੋਗ ਲੱਗਾ ਹੋਇਆ। ਜੋ ਜੋ ਦੀਸੈ ਸੋ ਸੋ ਰੋਗੀ, ਜਿੱਡੇ ਵੱਡੇ ਮਾਇਆ ਧਾਰੀ ਨੇ ਓਡੀ ਵੱਡੀ ਚਿੰਤਾ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ। ਇਸ ਚਿੰਤਾ ਰੂਪੀ ਮੌਤ ਤੋਂ ਬਚਾਉਣ ਵਾਲਾ ਅੰਮ੍ਰਿਤ ਗੁਰੂ ਕੀ ਬਾਣੀ ਵਿੱਚ ਹੈ। ਮਿਰਤੂ ਤੋਂ ਰਹਿਤ ਕਰ ਦਵੇ, ਉਸ ਨੂੰ ਕਹਿੰਦੇ ਅੰਮ੍ਰਿਤ। ਅੰਮ੍ਰਿਤ, ਅੰਮ੍ਰਿਤ ਦੇ ਜੋ ਡੈਫੀਨੇਸ਼ਨ ਹੈ, ਅੰਮ੍ਰਿਤ ਦੀ ਜੋ ਪਰਿਭਾਸ਼ਾ ਹੈ, ਅੰਮ੍ਰਿਤ ਦੇ ਜੋ ਲੱਛਣ ਹਨ, ਇਹੀ ਹੈ ਵੀ ਮੌਤ ਦਾ ਡਰ ਨਾ ਰਵੇ। ਅਤੇ ਮੌਤ ਇੱਕ ਕਿਸਮ ਦੀ ਨਹੀਂ, ਮੌਤ ਬੜੇ ਪ੍ਰਕਾਰ ਦੀ ਹੈ। ਜ਼ਮੀਰ ਦਾ ਮਰ ਜਾਣਾ ਵੀ ਮੌਤ ਹੀ ਹੈ। ਉਸ ਮੌਤ ਤੋਂ ਵੀ ਗੁਰਬਾਣੀ ਬਚਾ ਲੈਂਦੀ ਹੈ। ਇਸ ਕਰਕੇ ਗੁਰਬਾਣੀ ਅੰਮ੍ਰਿਤ ਹੈ। ਆਤਮਾ ਨੂੰ ਅਮਰ ਕਰਕੇ ਪਰਮਾਤਮਾ ਵਿੱਚ ਲੀਨ ਕਰ ਸਕਣ ਦੀ ਸ਼ਕਤੀ ਗੁਰਬਾਣੀ ਵਿੱਚ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੇਵਕ ਸੇਵੈ ਭਾਉ ਕਰ, ਲਾਗਾ ਸਉ ਪ੍ਰਾਣੀ। ਹੇ ਵਾਹਿਗੁਰੂ, ਤੇਰੇ ਸੇਵਕ ਤੇਰੀ ਸੇਵਾ ਕਰਦੇ ਹਨ, ਪ੍ਰੇਮ ਨਾਲ ਕਰਦੇ ਹਨ। ਸੇਵਕ ਸੇਵੈ ਭਾਉ ਕਰ, ਭਾਉ ਕਰਕੇ, ਪ੍ਰੇਮ ਕਰਕੇ ਸੇਵਾ ਕਰਦੇ ਹਨ। ਉਹਨਾਂ ਪ੍ਰਾਣੀਆਂ ਨੂੰ ਗੁਰਬਾਣੀ ਦਾ ਸਾਉ ਲੱਗਾ ਹੈ। ਸਾਉ ਮੈਨੇ ਸਵਾਦ, ਲਾਗਾ ਸਾਉ ਪ੍ਰਾਣੀ। ਜਿਨ੍ਹਾਂ ਪ੍ਰਾਣੀਆਂ ਨੂੰ ਗੁਰਬਾਣੀ ਮਿੱਠੀ ਲੱਗੀ ਹੈ, ਗੁਰਬਾਣੀ ਦਾ ਸਵਾਦ ਆ ਗਿਆ ਹੈ। ਗੁਰਬਾਣੀ ਦਾ ਸਵਾਦ ਆ ਜਾਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਕਈ ਵਾਰੀ ਬੜੇ ਵਧੀਆ ਵਧੀਆ ਖਾਣੇ ਹੁੰਦੇ ਸਾਡੇ ਘਰ 'ਚ, ਪਰ ਸਾਨੂੰ ਸਵਾਦ ਨਹੀਂ ਲੱਗਦੇ। ਮਾਂ ਬਾਪ ਕਹਿੰਦੇ ਪੁੱਤਰ ਖਾ ਕੇ ਤਾਂ ਵੇਖ, ਨਾ ਮੈਨੂੰ ਚੰਗਾ ਨਹੀਂ ਲੱਗਦਾ, ਖਾਂਦੇ ਹੀ ਨਹੀਂ। ਜਦੋਂ ਕਦੋਂ ਸਮਾਂ ਆਵੇ ਜ਼ਿੰਦਗੀ 'ਚ, ਸਮਝ ਆਵੇ, ਉਸ ਚੀਜ਼ ਨੂੰ ਖਾਈਏ, ਸਵਾਦ ਆਏ, ਕਹਿੰਦੇ ਮੈਂ ਤਾਂ ਐਵੇਂ ਹੀ ਛੱਡੀ ਬੈਠਾ ਸੀ, ਇਹਦੇ 'ਚ ਤਾਂ ਬੜਾ ਸਵਾਦ ਹੈ, ਇਹਦੇ 'ਚ ਬੜਾ ਰਸ ਹੈ, ਕਹਿੰਦੇ ਫਿਰ ਉਹ ਛੱਡਣ ਨੂੰ ਜੀਅ ਨਹੀਂ ਕਰਦਾ। ਗੁਰਬਾਣੀ ਦਾ ਵੀ ਇਹੋ ਜਿਹਾ ਹੀ ਕੰਮ ਹੈ। ਸਾਨੂੰ ਅਜੇ ਗੁਰਬਾਣੀ ਦਾ ਰਸ ਨਹੀਂ ਨਾ ਆਇਆ, ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਚਲੋ ਛੱਡੋ ਪਰੇ। ਜਿਨ੍ਹਾਂ ਨੂੰ ਗੁਰਬਾਣੀ ਦਾ ਰਸ ਆ ਗਿਆ, ਉਹ ਨਹੀਂ ਛੱਡ ਸਕਦੇ। ਸੇਵਕ ਸੇਵੈ ਭਾਉ ਕਰ, ਲਾਗਾ ਸਾਉ ਪ੍ਰਾਣੀ। ਉਹਨਾਂ ਪ੍ਰਾਣੀਆਂ ਨੂੰ ਗੁਰਬਾਣੀ ਸਵਾਦ ਲੱਗਦੀ ਹੈ ਅਤੇ ਉਹ ਵਾਰ-ਵਾਰ ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ ਆ, ਜਪੀ ਜਾਂਦੇ ਆ, ਸੁਣੀ ਜਾਂਦੇ ਆ, ਗਾਈ ਜਾਂਦੇ ਆ। ਸਾਉ ਪ੍ਰਾਣੀ ਤਿਨਾ ਲਾਗਾ, ਜਿਨੀ ਅੰਮ੍ਰਿਤ ਪਾਇਆ। ਇਹ ਸਵਾਦ ਉਹਨਾਂ ਪ੍ਰਾਣੀਆਂ ਨੂੰ ਆਉਂਦਾ ਹੈ, ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕੀਤੀ ਹੈ। ਜਦੋਂ ਨਾਮ ਅੰਮ੍ਰਿਤ ਮਿਲਦਾ ਫਿਰ ਉਹ ਮਿੱਠਾ ਲੱਗਦਾ ਹੈ, ਗੁਰਬਾਣੀ ਮਿੱਠੀ ਲੱਗਦੀ ਹੈ, ਅਤੇ ਫਿਰ ਉਹ ਛੱਡ ਨਹੀਂ ਸਕਦੇ। ਨਾਏ ਤੇਰਾ ਜੋਏ ਰਾਤੇ, ਨਿਤ ਚੜ੍ਹੈ ਸਵਾਇਆ। ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਉਹਨਾਂ ਨੂੰ ਇਹ ਰੰਗ ਜਿਹੜਾ ਹੈ ਦਿਨ ਰਾਤ ਸਵਾਇਆ ਹੋ ਕੇ ਚੜ੍ਹਦਾ ਹੈ, ਵੱਧਦਾ ਹੀ ਜਾਂਦਾ। ਚੜ੍ਹੈ ਸਵਾਇਆ ਨਿਤ ਨਿਤ ਰੰਗਾ, ਘਟੈ ਨਾਹੀ ਤੋਲੀ ਜਾਹੇ। ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨਾ ਏਕ ਪਛਾਣੀ। ਮਹਾਰਾਜ ਕਹਿੰਦੇ ਜਿੰਨਾ ਚਿਰ ਇੱਕ ਨੂੰ ਨਹੀਂ ਪਛਾਣਦੇ, ਇੱਕ ਪਰਮਾਤਮਾ ਦੀ, ਇੱਕ ਅਕਾਲ ਪੁਰਖ ਦੀ ਜੋਤ ਜਿਹੜੀ ਸਾਰਿਆਂ ਸਰੀਰਾਂ ਵਿੱਚ ਹੈ। ਕੀੜੀ ਵਿੱਚ ਵੀ ਉਹੀ ਬੈਠਾ ਹੈ, ਹਾਥੀ 'ਚ ਵੀ ਉਹੀ ਬੈਠਾ ਹੈ, ਇਸਤਰੀ 'ਚ ਵੀ ਉਹੀ ਹੈ, ਪੁਰਸ਼ 'ਚ ਵੀ ਉਹੀ ਹੈ, ਗੋਰੇ 'ਚ ਵੀ ਉਹੀ ਹੈ, ਕਾਲੇ 'ਚ ਵੀ ਉਹੀ ਹੈ, ਹਿੰਦੂ 'ਚ ਵੀ ਉਹੀ ਹੈ, ਮੁਸਲਮਾਨ 'ਚ ਵੀ ਉਹੀ ਹੈ। ਆਪਣਾ ਬਗਾਨਾ ਜੋ ਕੁਝ ਸਾਨੂੰ ਮਹਿਸੂਸ ਹੋ ਰਿਹਾ ਹੈ, ਵਾਸਤਵ ਵਿੱਚ ਸਭ ਭਰਮ ਹੈ। ਇੱਕੋ ਹੀ ਵਾਹਿਗੁਰੂ ਸਾਰਿਆਂ ਵਿੱਚ ਵਿਆਪਕ ਹੈ। ਜੇ ਇਸ ਗੱਲ ਦੀ ਸਮਝ ਨਹੀਂ ਆਈ ਤਾਂ ਫਿਰ ਕੋਈ ਕਰਮ ਧਰਮ ਜਿੰਨੇ ਮਰਜ਼ੀ ਕਰੀ ਜਾਵੇ, ਸੰਜਮ ਪੂਜਾ ਪਾਠ ਜਿੰਨੇ ਮਰਜ਼ੀ ਕਰੇ ਜਾਵੇ, ਮਹਾਰਾਜ ਕਹਿੰਦੇ ਨਹੀਂ ਸਿਰੇ ਲੱਗਦੇ। ਇੱਕ ਕਰਮ ਧਰਮ ਨਾ ਹੋਏ ਸੰਜਮ, ਨਾ ਉਹਦਾ ਕਰਮ ਹੋਏਗਾ, ਨਾ ਧਰਮ ਹੋਏਗਾ, ਨਾ ਸੰਜਮ ਹੋਏਗਾ। ਕਰੀ ਜਾਂਦੇ ਆ ਲੋਕ ਸੰਸਾਰ ਭਰ ਦੇ ਵਿੱਚ। ਧਰਮ ਦਾ ਵਿਖਾਵਾ ਬਹੁਤ ਹੈ, ਅਸੀਂ ਵੀ ਕਰ ਰਹੇ ਹਾਂ। ਮੁਸਲਮਾਨ, ਹਿੰਦੂ, ਸਿੱਖ, ਈਸਾਈ, ਜੈਨੀ, ਬੋਧੀ, ਧਰਮ ਸਾਰੇ ਕਹਿੰਦੇ ਅਸੀਂ ਧਰਮੀ ਹਾਂ।
ਆਪਣਾ ਧਰਮ ਦੱਸਦੇ ਬੜੀ ਛਾਤੀ ਠੋਕ ਕੇ ਅਸੀਂ ਫਲਾਣੇ ਧਰਮ ਦੇ ਹਾਂ। ਪਰ ਮਹਾਰਾਜ ਕਹਿੰਦੇ ਜਿੰਨਾ ਚਿਰ ਇੱਕ ਨੂੰ ਨਹੀਂ ਨਾ ਪਛਾਣਦੇ, ਉਸ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਅੱਲਾਹ ਤਾਲਾ ਖੁਦਾ ਗਾਡ ਜਿਸ ਦੀ ਬੁਨਿਆਦ ਉੱਤੇ ਧਰਮ ਦੀ ਨੀਂਹ ਰੱਖੀ ਗਈ ਹੈ, ਪਹਿਲਾਂ ਤਾਂ ਪਰਮਾਤਮਾ ਦੀ ਖੋਜ ਹੁੰਦੀ ਹੈ, ਉੱਥੋਂ ਹੀ ਫਿਰ ਧਰਮ ਚੱਲਦੇ ਨੇ। ਮਹਾਂਪੁਰਸ਼ ਕੋਈ ਉਪਦੇਸ਼ ਦਿੰਦੇ ਨੇ, ਅੱਗੇ ਧਰਮ ਚੱਲ ਜਾਂਦਾ ਹੈ। ਬਾਅਦ ਵਾਲੇ ਲੋਕ ਆਪਣੇ ਆਪਣੇ ਧਰਮ 'ਤੇ ਛਾਤੀ ਠੋਕੀ ਜਾਂਦੇ ਆ, ਪਰ ਬੁਨਿਆਦ ਨੂੰ ਛੱਡ ਦਿੰਦੇ। ਮਹਾਰਾਜ ਕਹਿੰਦੇ ਜਿੰਨਾ ਚਿਰ ਇੱਕ ਨੂੰ ਨਹੀਂ ਪਛਾਣਦਾ ਉਹਨਾਂ ਚਿਰ ਉਹਦਾ ਕਰਮ ਧਰਮ ਸੰਜਮ ਕੁਛ ਵੀ ਨਹੀਂ ਹੈ। ਵਕਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ। ਹੇ ਵਾਹਿਗੁਰੂ, ਉਹ ਸਮਾਂ ਸਦਾ ਹੀ ਤੇਰਾ ਸੁਹਾਵਾ ਹੈ। ਜਿਹੜੇ ਸਮੇਂ ਤੇਰੀ ਯਾਦ ਆਉਂਦੀ ਹੈ, ਤੇਰਾ ਸਿਮਰਨ ਕਰੀਦਾ ਹੈ, ਸਾਰੇ ਹੀ ਸਮੇਂ ਚੰਗੇ ਹਨ। ਕਈ ਲੋਕ ਕਹਿੰਦੇ ਆ ਵੀ ਕਲਯੁਗ ਦਾ ਸਮਾਂ ਮਾੜਾ ਹੈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਵਾਸਤੇ ਮਾੜਾ ਹੈ, ਮਾੜਾ ਹੋਵੇਗਾ, ਸਾਡੇ ਲਈ ਤਾਂ ਬੜਾ ਹੀ ਚੰਗਾ ਹੈ। ਸਤਿਗੁਰੂ ਕਹਿੰਦੇ ਕਲਯੁਗ ਦੇ ਵਿੱਚ ਕੀਰਤਨ ਕਰੀਦਾ, ਨਾਮ ਜਪੀਦਾ ਹੈ। ਕਲਯੁਗ ਉੱਤਮੋ ਜੁਗਾ ਮਾਈ, ਕਲਯੁਗ ਉੱਤਮ ਹੈ। ਕਲਯੁਗ 'ਚ ਗੁਰੂ ਨਾਨਕ ਦੇਵ ਜੀ ਆਏ ਹਨ। ਕਲਯੁਗ ਦੇ ਵਿੱਚ 10 ਪਾਤਸ਼ਾਹੀਆਂ ਅਵਤਾਰ ਧਾਰਿਆ ਹੈ। ਕਲਯੁਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਘਰ ਘਰ 'ਚ ਹੋ ਗਿਆ ਹੈ। ਕਲਯੁਗ 'ਚ ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ, ਹੋਰ ਕੀ ਚਾਹੀਦਾ। ਕਲਯੁਗ ਉੱਤਮ ਹੈ। ਠੀਕ ਹੈ, ਜਿਨ੍ਹਾਂ ਵਾਸਤੇ ਕਲਯੁਗ ਹੈ ਉਹਨਾਂ ਵਾਸਤੇ ਹੈ। ਜੇ ਅਸੀਂ ਕਲਯੁਗ ਦੇ ਗੁਲਾਮ ਬਣਾਂਗੇ ਤਾਂ ਕਲਯੁਗ ਹੈ। ਬਾਕੀ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਨਾਲ ਇਹ ਸਮਾਂ ਵੀ ਸਫਲਾ ਹੋ ਜਾਂਦਾ। ਹਉ ਬਲਿਹਾਰੀ ਸਾਚੇ ਨਾਮ ਹੈ। ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ ਸੱਚੇ ਵਾਹਿਗੁਰੂ ਦੇ ਨਾਮ ਤੋਂ। ਵਾਹਿਗੁਰੂ 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 ਵਾਹਿਗੁਰੂ। ਇਸ ਨਾਮ 'ਚ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ ਕਿ ਇੱਕ ਸਕਿੰਟ ਵਿੱਚ ਮੈਨੂੰ ਪਰਮਾਤਮਾ ਦੇ ਦੇਸ਼ 'ਚ ਲਿਜਾ ਸਕਦਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਜ ਤੇਰਾ ਕਬਹੁ ਨਾ ਜਾਵੈ। ਹੇ ਮੇਰੇ ਵਾਹਿਗੁਰੂ, ਤੇਰਾ ਰਾਜ ਸਦਾ ਹੀ ਅਬਚਲ ਅਵਿਨਾਸੀ ਰਾਜ ਹੈ, ਕਦੀ ਜਾਣ ਵਾਲਾ ਨਹੀਂ। ਇਸ ਦੁਨੀਆ ਦੇ ਰਾਜ ਬੜੇ ਬੜੇ ਰਾਜੇ ਮਹਾਰਾਜੇ ਇਸ ਧਰਤੀ 'ਤੇ ਆਏ, ਰਾਜ ਕਰਕੇ ਕੁਝ 10 ਸਾਲ, ਕੋਈ 20 ਸਾਲ, ਕੋਈ 50 ਸਾਲ ਚਲੇ ਗਏ। ਪਰ ਮੇਰੇ ਵਾਹਿਗੁਰੂ ਦਾ ਅਵਿਨਾਸੀ ਰਾਜ ਹੈ। ਰਾਜੋ ਤਾਂ ਤੇਰਾ ਸਦਾ ਨਿਚਲ, ਇਹੋ ਕਬਹੁ ਨਾ ਜਾਵਹਿ। ਹੇ ਮੇਰੇ ਵਾਹਿਗੁਰੂ, ਤੇਰਾ ਰਾਜ ਸਦਾ ਨਿਚਲ ਹੈ, ਚਲਾਇਮਾਨ ਨਹੀਂ ਹੁੰਦਾ। ਦੁਨੀਆ ਦੇ ਰਾਜੇ ਰਾਜ ਕਰਦੇ ਨੇ ਅਤੇ ਚੱਲ ਜਾਂਦੇ ਨੇ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਸਦਾ ਰਾਜ ਤੇਰਾ ਹੀ ਹੈ, ਸਦਾ ਅਵਚਲ ਅਵਿਨਾਸੀ ਅਟਲ ਰਾਜ ਤੇਰਾ ਹੀ ਹੈ। ਮਹਾਰਾਜ ਦੀ ਬਾਣੀ ਵਿੱਚ ਆਉਂਦਾ ਕਿ ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਇਹ ਦੁਨੀਆ ਦੇ ਝੂਠੇ ਰਾਜੇ 4 ਦਿਨ ਬੜਾ ਵਿਖਾਵਾ ਕਰਦੇ, ਹਾਥੀ ਘੋੜਿਆਂ 'ਤੇ ਬਹਿ ਕੇ ਆਪਣੇ ਸਿੱਕੇ ਚਲਾਉਂਦੇ ਹੈ, ਆਪਣੀ ਮਰਜ਼ੀ ਕਰਦੇ ਹੈ। ਕਹਿੰਦੇ ਇੱਕ ਚਰਮਕਾਰ ਨੂੰ ਅੱਧੇ ਦਿਨ ਵਾਸਤੇ ਕਿਸੇ ਰਾਜੇ ਨੇ ਖੁਸ਼ ਹੋ ਕੇ ਰਾਜ ਦੇ ਦਿੱਤਾ, ਅਤੇ ਜਦੋਂ ਉਹ ਚਰਮਕਾਰ ਰਾਜਾ ਬਣਿਆ ਉਹਨੇ ਚੰਮ ਦੇ ਸਿੱਕੇ ਚਲਾ ਦਿੱਤੇ। ਭਾਵੇਂ ਅੱਧੇ ਦਿਨ ਵਾਸਤੇ ਹੀ ਰਾਜ ਮਿਲਿਆ ਸੀ ਉਹਨੂੰ। ਉਹ ਕਹਿਣ ਲੱਗਾ ਮੈਂ ਸਿਰਫ ਇੰਨਾ ਹੀ ਕੰਮ ਕਰਨਾ ਵੀ ਮੇਰੇ ਰਾਜ ਵਿੱਚ ਚੰਮ ਦੇ ਚੱਲਣਗੇ। ਚਮੜੇ ਦੇ ਬਣਾ ਕੇ ਰੁਪਈਏ, ਚਮੜੇ ਦੀਆਂ ਠਿਆਨੀਆਂ ਚੁਆਨੀਆਂ, ਅਤੇ ਉਹਨੇ ਸਾਰੇ ਦੇਸ਼ ਵਿੱਚ ਹੁਕਮ ਦਿੱਤਾ। ਅਤੇ ਹੁਣ ਚਮੜੇ ਦੇ ਸਿੱਕੇ ਬਹੁਤਾ ਚਿਰ ਤਾਂ ਨਹੀਂ ਨਾ ਚੱਲਦੇ, ਸਿੱਕੇ ਤਾਂ ਚਾਂਦੀ ਜਾਂ ਹੋਰ ਸੋਨੇ ਦੇ ਚੱਲਦੇ ਹੈ। ਤਾਂ ਚੰਮ ਦੀਆਂ ਚਲਾਣੀਆਂ ਪੰਜਾਬੀ ਵਿੱਚ ਆਪਾਂ ਕਹਾਵਤ ਬਣੀ ਹੋਈ ਹੈ। ਇੱਦਾਂ ਦੇ ਰਾਜੇ ਬੜੇ ਹੋਏ, ਚਲਾਉਂਦੇ ਹੈ। ਪਰ ਵਾਹਿਗੁਰੂ, ਉਹ ਰਾਜ ਸਦਾ ਰਹਿੰਦਾ ਨਹੀਂ। ਤੇਰਾ ਰਾਜ ਸਦਾ ਹੀ ਹੈ। ਇਹੋ ਕਬਹੁ ਨਾ ਜਾਵੈ। ਇਹ ਰਾਜ ਕਦੀ ਜਾਂਦਾ ਨਹੀਂ ਮੇਰੇ ਵਾਹਿਗੁਰੂ। ਚਾਕਰ ਤਾਂ ਤੇਰਾ ਸੋਏ ਹੋਵੈ। ਹੇ ਵਾਹਿਗੁਰੂ, ਤੇਰਾ ਚਾਕਰ ਤਾਂ ਉਹੀ ਬਣ ਸਕਦਾ ਹੈ ਜੋ ਇਹ ਸਹਿਜ ਸਮਾਵੈ। ਤੇਰੀ ਨੌਕਰੀ, ਤੇਰੀ ਟਹਿਲ, ਜਿਵੇਂ ਵੱਡੇ ਰਾਜਿਆਂ ਦੀ
ਨੌਕਰੀ ਲੈਣ ਵਾਸਤੇ ਲੋਕ ਬੜੀ ਭੱਜ ਦੌੜ ਕਰਦੇ ਹੈ। ਰਾਜੇ ਮਹਾਰਾਜਿਆਂ ਦੇ ਗੁਲਾਮ ਬਣਦੇ ਆ, ਜਾ ਕੇ ਉਹਨਾਂ ਦੇ ਵਜ਼ੀਰ, ਮੰਤਰੀ, ਸਲਾਹਕਾਰ, ਪੀਏ, ਕੁਛ ਨਾ ਕੁਛ ਉਹਨਾਂ ਦੇ ਬਣਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਭ ਤੋਂ ਵੱਡਾ ਰਾਜਾ ਹੈ। ਉਹਦੇ ਜਿਹੜੇ ਨੌਕਰ ਹਨ ਉਹ ਸੰਤ ਜਨ ਹਨ। ਜਿਵੇਂ ਆ ਦੁਨਿਆਵੀ ਰਾਜਿਆਂ ਮਹਾਰਾਜਿਆਂ ਦੇ ਜਿਹੜੇ ਨੌਕਰ ਹਨ, ਇਹ ਬੜਾ ਹੰਕਾਰ ਕਰਦੇ ਵੀ ਅਸੀਂ ਰਾਜੇ ਦੇ ਨੌਕਰ ਹਾਂ, ਸਾਡੀ ਰਾਜੇ ਨਾਲ ਗੱਲਬਾਤ ਹੈ। ਗਰੀਬ ਲੋਕਾਂ ਨੂੰ ਦੁਰਕਾਰਦੇ ਹਨ, ਗਰੀਬ ਲੋਕਾਂ ਨੂੰ ਪਰੇ ਪਰੇ ਕਰਦੇ ਹਨ। ਪਰ ਜਿਹੜੇ ਵਾਹਿਗੁਰੂ ਦੇ ਨੌਕਰ ਹਨ, ਵਾਹਿਗੁਰੂ ਦੇ ਚਾਕਰ ਸੰਤ ਜਨ ਹਨ, ਉਹ ਸਾਰਿਆਂ ਨੂੰ ਪਿਆਰ ਕਰਦੇ ਹਨ। ਕਿਤਨਾ ਫਰਕ ਹੈ, ਕਿਉਂਕਿ ਇਹਨਾਂ ਦੁਨਿਆਵੀ ਰਾਜਿਆਂ ਦਾ ਰਾਜ ਥੋੜ੍ਹਾ ਚਿਰ ਰਹਿਣਾ ਹੁੰਦਾ ਹੈ ਅਤੇ ਉਹਨਾਂ ਦੇ ਨੌਕਰਾਂ ਦਾ ਵੀ ਥੋੜ੍ਹਾ ਚਿਰ ਹੀ ਰਹਿਣਾ ਹੁੰਦਾ ਹੈ। ਉਹ ਫਿਰ ਆਪਣੀਆਂ ਚੰਮਦੀਆਂ ਚਲਾ ਲੈਂਦੇ ਹੈ। ਪਰਮੇਸ਼ਰ ਦਾ ਰਾਜ ਸਦਾ ਹੀ ਹੈ। ਉਹਨਾਂ ਨੂੰ ਪਤਾ ਵੀ ਸਾਨੂੰ ਕੋਈ ਮਾਰ ਨਹੀਂ ਸਕਦਾ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਉਹ ਮਰਦੇ ਨੇ, ਨਾ ਉਹ ਠੱਗੇ ਜਾਂਦੇ ਨੇ, ਨਾ ਉਹਨਾਂ ਦੀ ਪਦਵੀ ਖੁੱਸਦੀ ਹੈ, ਬਲਕਿ ਉਹ ਪਰਮੇਸ਼ਰ ਦੇ ਚਾਕਰ ਪਰਮੇਸ਼ਰ ਹੀ ਬਣ ਜਾਂਦੇ ਨੇ। ਉਹਨਾਂ ਵਿੱਚ ਉਹੀ ਪਾਵਰ ਹੁੰਦੀ ਹੈ ਜਿੰਨੀ ਪਰਮੇਸ਼ਰ 'ਚ ਹੁੰਦੀ ਹੈ। ਰਾਮ ਸੰਤ ਮੈਂ ਭੇਦ ਕਿਛ ਨਾਹੀਂ। ਰਾਮ ਔਰ ਰਾਮ ਦੇ ਸੰਤਾਂ 'ਚ ਕੋਈ ਫਰਕ ਨਹੀਂ। ਚਾਕਰ ਤਾਂ ਤੇਰਾ ਸੋਏ ਹੋਵੈ, ਜੋਏ ਸਹਿਜ ਸਮਾਵੈ। ਵਾਹਿਗੁਰੂ ਤੇਰਾ ਚਾਕਰ, ਤੇਰਾ ਨੌਕਰ ਉਹੀ ਬਣਦਾ ਹੈ ਜਿਹੜਾ ਤੇਰੇ ਵਿੱਚ ਸਹਿਜ ਸਮਾ ਜਾਂਦਾ ਹੈ। ਦੁਸ਼ਮਣ ਤਾਂ ਦੁੱਖ ਨਾ ਲੱਗੈ ਮੂਲੇ, ਪਾਪ ਨੇੜ ਨਾ ਆਵੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਫਿਰ ਦੁਸ਼ਮਣ ਅਤੇ ਦੁੱਖ ਮੂਲੋਂ ਹੀ ਨਹੀਂ ਲੱਗਦੇ, ਨੇੜੇ ਹੀ ਨਹੀਂ ਆਉਂਦੇ। ਕੋਈ ਦੁਸ਼ਮਣ ਸੰਸਾਰ ਦੇ ਵਿੱਚ ਦੁੱਖਾਂ ਤੋਂ ਅਤੇ ਦੁਸ਼ਮਣਾਂ ਤੋਂ ਸਾਰੀ ਦੁਨੀਆ ਡਰਦੀ ਹੈ। ਕੋਈ ਮੇਰਾ ਵਿਰੋਧੀ ਮੇਰਾ ਨੁਕਸਾਨ ਨਾ ਕਰ ਦੇਵੇ, ਕੋਈ ਮੈਨੂੰ ਸੱਟ ਫੇਟ ਨਾ ਮਾਰ ਦੇਵੇ, ਕੋਈ ਮੈਨੂੰ ਘਾਟਾ ਨਾ ਪਵਾ ਦੇਵੇ, ਇਹ ਖਤਰਾ ਰਹਿੰਦਾ। ਕੋਈ ਬਿਮਾਰੀ, ਕੋਈ ਦੁੱਖ, ਕੋਈ ਐਕਸੀਡੈਂਟ, ਕੋਈ ਸੱਟ ਫੇਟ ਮੈਨੂੰ ਨਾ ਲੱਗ ਜਾਵੇ, ਇਹ ਖਤਰਾ ਰਹਿੰਦਾ। ਪਰ ਜਦੋਂ ਵਾਹਿਗੁਰੂ ਦੇ ਬਣ ਜਾਈਏ ਫਿਰ ਇਹ ਦੁਸ਼ਮਣ ਅਤੇ ਦੁੱਖ ਦਾ ਡਰ ਹੀ ਨਹੀਂ ਰਹਿੰਦਾ। ਪਾਪ ਨੇੜ ਨਾ ਆਵੇ, ਪਾਪ ਨੇੜੇ ਹੀ ਨਹੀਂ ਆਉਂਦੇ, ਕਿਉਂਕਿ ਪਾਪਾਂ ਦਾ ਫਲ ਹੀ ਦੁੱਖ ਹੁੰਦੇ ਨੇ। ਜੇ ਪਾਪ ਹੀ ਨਹੀਂ ਹੋਣਗੇ, ਦੁੱਖ ਕਿੱਥੋਂ ਹੋਣਗੇ। ਹੋਂ ਬਲਿਹਾਰੀ ਸਦਾ ਹੋਵਾਂ, ਏਕ ਤੇਰੇ ਨਾਵੈ। ਮੈਂ ਸਦਾ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਤੇਰੇ ਇੱਕ ਨਾਮ ਤੋਂ। ਜੁਗਹਿ ਜੁਗੰਤਰ ਭਗਤ ਤੁਮਾਰੇ। ਹੇ ਮੇਰੇ ਵਾਹਿਗੁਰੂ, ਜੁਗਾਂ ਜੁਗਾਂ ਤੋਂ ਤੇਰੇ ਭਗਤ ਕੀਰਤ ਕਰੈ ਸੁਆਮੀ ਤੇਰੇ ਦੁਆਰੇ। ਤੇਰੇ ਦੁਆਰੇ 'ਤੇ ਬਹਿ ਕੇ ਤੇਰੀ ਕੀਰਤੀ ਕਰ ਰਹੇ ਨੇ, ਜੁਗਾਂ ਜੁਗਾਂ ਤੋਂ ਕਰ ਰਹੇ ਨੇ। ਸਤਿਯੁਗ, ਤ੍ਰੇਤਾ, ਦੁਆਪਰ, ਕਲਯੁਗ ਦੇ ਵਿੱਚ ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਦੇ ਭਗਤ ਹੋਏ ਹਨ। ਸਤਿਯੁਗ ਦੇ ਵਿੱਚ ਧਰੂ, ਪ੍ਰਹਿਲਾਦ ਮਹਾਂਪੁਰਸ਼ ਭਗਤ ਹੋਏ ਹਨ। ਹੋਰ ਵੀ ਮਹਾਂਪੁਰਸ਼ ਭਗਤ ਹੋਏ ਹਨ। ਫਿਰ ਤ੍ਰੇਤੇ ਯੁੱਗ ਵਿੱਚ ਹਨੂੰਮਾਨ, ਵਿਭੀਸ਼ਣ, ਅੰਗਦ, ਜਾਮਵੰਤ, ਨਨਲੀਲ, ਇਸ ਤਰ੍ਹਾਂ ਦੇ ਭਗਤਾਂ ਦਾ, ਭੀਲਣੀ ਦਾ, ਜਿਹੜੇ ਰਾਮਚੰਦਰ ਜੀ ਮਹਾਰਾਜ ਨਾਲ ਸੰਬੰਧਿਤ ਇਤਿਹਾਸ 'ਚੋਂ ਮਿਲਦੇ ਹਨ। ਹੋਏ ਤਾਂ ਹੋਰ ਵੀ ਬੜੇ ਹੋਣਗੇ ਪਰਮੇਸ਼ਰ ਦੇ ਪਿਆਰੇ, ਪਰ ਜਿਨ੍ਹਾਂ ਦਾ ਪ੍ਰਸਿੱਧ ਨਾਮ ਆਉਂਦਾ ਤ੍ਰੇਤੇ ਯੁੱਗ ਵਿੱਚ ਉਹ ਇਹ ਆਉਂਦੇ ਹਨ: ਹਨੂੰਮਾਨ ਔਰ ਵਿਭੀਸ਼ਣ, ਅੰਗਦ, ਨਲ, ਨੀਲ, ਜਾਮਵੰਤ, ਭੀਲਣੀ, ਲਛਮਣ, ਭਰਤ। ਇਹਨਾਂ ਨੂੰ ਭਗਤੀ ਪਰਮਾਤਮਾ ਨੇ ਦਿੱਤੀ ਸੀ, ਭਗਤ ਹੋਏ ਹਨ। ਫਿਰ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਸਮੇਂ ਬਿਦਰ, ਉਦੋ, ਅਕਰੂਰ, ਉਗਰਸੈਨ, ਇਸ ਤਰ੍ਹਾਂ ਦੇ ਅਰਜਨ ਆਦਿਕ ਭਗਤ ਮੰਨੇ ਗਏ ਹਨ। ਕਲਯੁਗ ਦੇ ਵਿੱਚ ਨਾਮਾ, ਕਬੀਰ, ਰਵਿਦਾਸ, ਇਹ ਭਗਤ ਮਹਾਂਪੁਰਸ਼ ਹੋਏ ਹਨ। ਤੋ ਮਹਾਰਾਜ ਕਹਿੰਦੇ ਵੀ ਤੇਰੇ ਭਗਤ ਜੁਗਾਂ ਜੁਗਾਂ ਤੋਂ ਤੇਰੀ ਕੀਰਤੀ ਕਰਦੇ ਹਨ। ਜੁਗਾਂ ਜੁਗੰਤਰ ਭਗਤ ਤੁਮਾਰੇ, ਕੀਰਤ ਕਰਹਿ ਸੁਆਮੀ ਤੇਰੇ ਦੁਆਰੇ।
हे स्वामी तेरे दर ते तेरी कीਰਤੀ ਕਰਦੇ। ਜਪੈ ਤਾਂ ਸਾਚਾ ਏਕ ਮੁਰਾਰੇ। ਉਹ ਜਪਦੇ ਹਨ ਸੱਚੇ ਨੂੰ, ਇੱਕ ਨੂੰ, ਮੁਰਾਰੀ ਨੂੰ, ਵਾਹਿਗੁਰੂ ਨੂੰ। ਮੁਰ ਨਾਮ ਦੇ ਰਾਖਸ਼ ਨੂੰ ਮਾਰਨ ਕਰਕੇ ਪਰਮੇਸ਼ਰ ਦਾ ਨਾਮ ਮੁਰਾਰੀ ਪੈ ਗਿਆ ਸੀ। ਸੋ ਜਿਹੜੇ ਵਾਹਿਗੁਰੂ ਅਕਾਲ ਪੁਰਖ ਜੀ ਵੈਰੀਆਂ ਨੂੰ, ਪਾਪੀਆਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਸੋਧਾ ਲਾਉਣ ਵਾਲੇ ਵੀ ਹਨ, ਸੰਤਾਂ ਭਗਤਾਂ ਦੀ ਰੱਖਿਆ ਕਰਨ ਵਾਲੇ ਵੀ ਹਨ, ਉਹਨਾਂ ਦਾ ਨਾਮ ਭਗਤ ਜਨ ਜੁਗਾਂ ਜੁਗਾਂ ਤੋਂ ਜਪਦੇ ਹਨ। ਸਾਚਾ ਮੁਰਾਰੇ ਧਾਮ ਜਪਹਿ ਜਾਮ ਮਨ ਵਸਾਵਹਿ। ਉਹ ਸੱਚੇ ਮੁਰਾਰੀ ਨੂੰ, ਵਾਹਿਗੁਰੂ ਨੂੰ ਤਾਂ ਜਪਦੇ ਹਨ ਜੇ ਉਹਨਾਂ ਦੇ ਮਨ 'ਚ ਵਾਹਿਗੁਰੂ ਆਪ ਆਪਣਾ ਵਾਸਾ ਕਰ ਲੈਂਦਾ ਹੈ। ਜਾਮ ਮਨ ਵਸਾਵਹਿ, ਨਾਮ ਦੀ ਦਾਤ ਦੇ ਦਿੰਦਾ ਹੈ। ਭਰਮੋ ਭੁਲਾਣਾ ਤੁਝੈ ਕੀਆ, ਜਾਮ ਇਹੋ ਚੁਕਾਵਹਿ। ਇਹ ਵਾਹਿਗੁਰੂ, ਇਹ ਭਰਮ ਭੁਲਾਵਾ ਪਿਆ ਹੋਇਆ ਜੀਵ ਨੂੰ, ਮੈਂ ਜੀਵ ਹਾਂ, ਮੈਂ ਜੰਮਿਆ ਹਾਂ ਔਰ ਮੈਂ ਮਰਾਂਗਾ, ਮੈਂ ਸੁਖੀ ਹਾਂ ਔਰ ਮੈਂ ਦੁਖੀ ਹਾਂ, ਮੈਂ ਪਾਪੀ ਹਾਂ, ਮੈਂ ਪੁੰਨੀ ਹਾਂ। ਇਸ ਤਰ੍ਹਾਂ ਦਾ ਜਿਹੜਾ ਦੇਹ ਅਧਿਆਸ ਜੀਵ ਦੀ ਗੰਢ ਪਈ ਹੋਈ ਹੈ, ਗ੍ਰੰਥੀ ਬਣੀ ਹੋਈ ਹੈ, ਉਸ ਗ੍ਰੰਥੀ ਕਰਕੇ ਜੀਵ ਜੰਮਦਾ ਮਰਦਾ ਆਉਂਦਾ ਜਾਂਦਾ, ਮੈਂ ਮੇਰੀ ਕਰਕੇ ਦੁਖੀ ਹੋ ਰਿਹਾ ਹੈ। ਇਹ ਭਰਮ ਭੁਲਾਵਾ ਵੀ ਆਪ ਹੀ ਪਾਇਆ ਹੋਇਆ ਅਤੇ ਇਸ ਨੂੰ ਆਪ ਹੀ ਚੁਕਾ ਸਕਦਾ। ਭਰਮੋ ਭੁਲਾਵਾ ਤੁਝੈ ਕੀਆ, ਭਰਮ ਪਾਇਆ ਹੋਇਆ। ਭਰਮ ਦੇ ਲੱਛਣ ਹਨ ਮਾਧਵੇ ਕਿਆ ਕਹੀਐ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਭੁਲਾਵਾ ਇਹੀ ਹੈ ਵੀ ਜੋ ਅਸੀਂ ਮੰਨਦੇ ਹਾਂ ਉਹ ਹੈ ਨਹੀਂ, ਜੋ ਹੈ ਉਹ ਸਾਨੂੰ ਦਿਸਦਾ ਨਹੀਂ। ਰੱਸੀ ਹੈ, ਦਿਸਦਾ ਸੱਪ ਹੈ, ਸੱਪ ਹੈ ਨਹੀਂ ਪਰ ਦਿਸਦਾ ਹੈ, ਰੱਸੀ ਹੈ ਪਰ ਦਿਸਦੀ ਨਹੀਂ। ਇਹੀ ਭਰਮ ਹੈ। ਸੰਸਾਰ ਸੱਤ ਪ੍ਰਤੀਤ ਹੁੰਦਾ ਹੈ ਜਦੋਂ ਕਿ ਸੰਸਾਰ ਸੱਤ ਨਹੀਂ ਹੈ। ਵਾਹਿਗੁਰੂ ਸੱਤ ਹੈ, ਉਹ ਦਿਸਦਾ ਨਹੀਂ। ਰੱਸੀ ਪਰਮਾਤਮਾ ਹੈ, ਸੱਪ ਜਗਤ ਹੈ, ਪਰ ਰੱਸੀ ਨਹੀਂ ਦਿਸਦੀ। ਭਰਮ ਕਰਕੇ ਸੰਸਾਰ ਦਿਸਦਾ ਹੈ। ਮਹਾਰਾਜ ਕਹਿੰਦੇ ਇਹ ਆਪ ਹੀ ਤੂੰ ਚੁਕਾ ਸਕਦਾ, ਇਹ ਭਰਮ ਵੀ ਤੂੰ ਆਪ ਹੀ ਦੂਰ ਕਰ ਸਕਦਾ ਮੇਰੇ ਵਾਹਿਗੁਰੂ। ਗੁਰ ਪ੍ਰਸਾਦੀ ਕਰੋ ਕਿਰਪਾ, ਲਿਹੋ ਜਮਹੁ ਉਬਾਰੇ। ਗੁਰੂ ਦੀ ਕਿਰਪਾ ਹੋਵੇ, ਗੁਰੂ ਕਿਰਪਾ ਕਰੇ, ਤੇਰੀ ਕਿਰਪਾ ਹੋ ਜਾਂਦੀ ਹੈ। ਜੇ ਮਹਾਰਾਜ ਤੁਸੀਂ ਕਿਰਪਾ ਕਰੋ ਤਾਂ ਜਮਾਂ ਤੋਂ ਬਚਾ ਸਕਦੇ ਹੋ। ਇਹ ਜਨਮ ਮਰਨ ਦੀ ਜਿਹੜੀ ਪੀੜਾ ਹੈ, ਇਹ ਸੰਸਾਰ ਦਾ ਜਿਹੜਾ ਦੁੱਖ ਹੈ, ਇਸ ਤੋਂ ਮੈਨੂੰ ਕੱਢ ਲਓ। ਜੁਗਹਿ ਜੁਗਾਂਤਰ ਭਗਤ ਤੁਮਾਰੇ, ਜੁਗਾਂ ਜੁਗਾਂਤਰਾਂ ਤੋਂ ਤੇਰੇ ਭਗਤ ਤੇਰੀ ਭਗਤੀ ਕਰਦੇ ਹਨ। ਵੱਡੇ ਮੇਰੇ ਸਾਹਿਬਾ ਅਲਖ ਅਪਾਰਾ। ਇਹ ਮੇਰੇ ਸਾਹਿਬ ਜੀ ਤੁਸੀਂ ਵੱਡੇ ਹੋ, ਅਲਖ ਲਖੇ ਨਹੀਂ ਜਾ ਸਕਦੇ। ਭਾਵ ਤੁਹਾਡੀ ਮਹਿਮਾ ਨੂੰ, ਤੁਹਾਡੀ ਮਾਇਆ ਨੂੰ ਕੋਈ ਨਹੀਂ ਜਾਣ ਸਕਦਾ। ਜੋ ਲਖਿਆ ਨਾ ਵੇਖਿਆ ਨਾ ਜਾ ਸਕੇ ਉਸ ਨੂੰ ਅਲਖ ਕਹਿੰਦੇ ਹਨ। ਜਿਸ ਦਾ ਪਾਰਾਵਾਰ ਪਰਲਾ ਪਾਸਾ ਨਾ ਸਮਝ ਆਵੇ ਉਹ ਅਪਾਰ ਕਹਿੰਦੇ ਹਨ। ਕਿਉਂ ਕਰ ਕਰੋ ਬੇਨੰਤੀ, ਹਉ ਆਖ ਨ ਜਾਣਾ। ਮੈਂ ਕਿਵੇਂ ਬੇਨਤੀ ਕਰਾਂ, ਮੈਨੂੰ ਬੇਨਤੀ ਕਰਨੀ ਆਖਣੀ ਆਉਂਦੀ ਨਹੀਂ। ਬੇਨਤੀ ਕਰਨ ਦਾ ਵੀ ਇੱਕ ਢੰਗ ਤਰੀਕਾ ਹੁੰਦਾ ਹੈ, ਪਰ ਵਾਹਿਗੁਰੂ ਮੈਨੂੰ ਤਾਂ ਬੇਨਤੀ ਕਰਨੀ ਵੀ ਨਹੀਂ ਆਉਂਦੀ, ਮੈਂ ਕਿਵੇਂ ਬੇਨਤੀ ਕਰਾਂ। ਕਿਆ ਮੂੰਹ ਲੈ ਕੀਚੈ ਅਰਦਾਸ, ਕਿਹੜਾ ਮੂੰਹ ਲੈ ਕੇ ਅਰਦਾਸ ਕਰੀਏ। ਪਾਪ ਪੁੰਨ ਦੋਇ ਸਾਖੀ ਪਾਸ। ਪਾਪ ਪੁੰਨ ਕੋਲ ਖੜ੍ਹੇ ਨੇ, ਉਹ ਅਰਦਾਸ ਕਰਨ ਨਹੀਂ ਦਿੰਦੇ। ਸਾਡੀ ਬਿਰਤੀ ਇੱਦਾਂ ਦੀ ਬਣਾਤੀ ਹੈ ਵੀ ਸਾਡੇ ਕੋਲੋਂ ਅਰਦਾਸ ਦੇ ਸ਼ਬਦ ਵੀ ਨਹੀਂ ਜੁੜਦੇ। ਅਰਦਾਸ ਅਸੀਂ ਕਰਦੇ ਹਾਂ ਪਰ ਅਰਦਾਸ ਕਰਨੀ ਆਉਂਦੀ ਨਹੀਂ। ਕਿਉਂ ਕਰ ਕਰੋ ਬੇਨੰਤੀ, ਹਉ ਆਖ ਨਾ ਜਾਣਾ। ਕਿਵੇਂ ਬੇਨਤੀ ਕਰਾਂ, ਕਿਵੇਂ ਆਖਾਂ, ਮੈਨੂੰ ਆਖਣਾ ਹੀ ਨਹੀਂ ਆਉਂਦਾ। ਨਦਰ ਕਰਹਿ ਤਾਂ ਸਾਚ ਪਛਾਣਾ। ਹੇ ਵਾਹਿਗੁਰੂ, ਜੇ ਤੂੰ ਨਦਰ ਕਰੇ, ਮਿਹਰ ਕਰੇ ਤਾਂ ਮੈਂ ਸੱਚ ਸਰੂਪ ਨੂੰ ਪਛਾਣ ਸਕਦਾ। ਸਾਚੋ ਪਛਾਣਾ ਤਾਮ ਤੇਰਾ, ਜਾਮ ਆਪ ਬੁਝਾਵਹਿ। ਹੇ ਪ੍ਰਮਾਤਮਾ, ਤੇਰੇ ਸੱਚੇ ਸਰੂਪ ਨੂੰ ਮੈਂ ਤਾਂ ਹੀ ਪਛਾਣ ਸਕਦਾ ਜੇ ਆਪ ਤੂੰ ਮੈਨੂੰ ਸੂਝ ਬੂਝ ਦੇ ਦੇਵੇਂ, ਆਪ ਆਪਣੇ ਸਰੂਪ ਦਾ ਗਿਆਨ ਕਰਾ ਦੇਵੇਂ, ਤਾਂ ਮੈਂ ਤੇਰੇ ਸਰੂਪ ਨੂੰ ਪਛਾਣ ਸਕਦਾ ਹਾਂ।
ਦੁਖ ਭੂਖ ਸੰਸਾਰ ਕੀਏ, ਸਹਿਸਾ ਇਹੋ ਚੁਕਾਵਹਿ। ਇਹ ਸੰਸਾਰ ਵਿੱਚ ਤੂੰ ਦੁੱਖ ਤੇ ਭੁੱਖ ਬਣਾਏ ਹਨ। ਸੰਸਾਰ ਦੇ ਵਿੱਚ ਹਨ ਇਹ। ਨਿਰੰਕਾਰ ਵਿੱਚ ਨਾ ਦੁੱਖ ਹੈ ਨਾ ਭੁੱਖ ਹੈ। ਸੰਸਾਰ ਕੀ ਹੈ? ਸੰਸਾਰਗ੍ਰਸਤ ਹੋਣਾ ਸੰਸਾਰ ਹੈ। ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਸੰਸਾਰ ਕੀ ਹੁੰਦਾ ਹੈ? ਉਹ ਕਹਿੰਦੇ ਸੰਸਾ ਇਹ ਸੰਸਾਰ ਹੈ। ਸੰਸਾ ਪਿਆ ਰਹਿਣਾ ਹਰ ਵੇਲੇ। ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਥੇ ਜਾਵਾਂਗੇ, ਕੀ ਖਾਵਾਂਗੇ, ਕਿਵੇਂ ਚੱਲੇਗਾ, ਅੱਗੇ ਕੀ ਹੋਵੇਗਾ, ਮਰਨ ਤੋਂ ਬਾਅਦ ਕੀ ਹੋਵੇਗਾ। ਇਸ ਤਰ੍ਹਾਂ ਸਾਨੂੰ ਸੰਸਾਰ ਇੱਕ ਤਰ੍ਹਾਂ ਦਾ ਥੋੜ੍ਹਾ, ਹਜ਼ਾਰਾਂ ਕਿਸਮ ਦੇ ਸੰਸੇ ਜੀਵ ਨੂੰ ਪਏ ਹੋਏ ਨੇ। ਇਹ ਸੰਸੇ ਹੀ ਦੁੱਖ ਦੇ ਭੁੱਖ ਹਨ। ਆਖੋ ਸ੍ਰੀ ਵਾਹਿਗੁਰੂ। ਦੁੱਖ ਦਾ ਤੇ ਭੁੱਖ ਦਾ ਸਰੂਪ ਕੀ ਹੈ? ਸੰਸਾ ਦੇ ਸੰਸੇ ਦਾ ਸਰੂਪ ਕੀ ਹੈ? ਦੁੱਖ ਭੁੱਖ ਇੱਥੇ ਹੈ ਹੀ ਹੈ। ਹਰ ਵੇਲੇ ਭੁੱਖ ਤਾਂ ਲੱਗਣੀ ਲੱਗਣੀ, ਭਾਵੇਂ ਕੋਈ ਗ੍ਰਸਤੀ ਹੈ, ਭਾਵੇਂ ਕੋਈ ਸੰਨਿਆਸੀ ਹੈ। ਜਦੋਂ ਪੇਟ 'ਚ ਭੁੱਖ ਲੱਗਦੀ ਆ, ਉਹ ਪ੍ਰਸ਼ਾਦੇ ਵੱਲ ਭੱਜੇਗਾ, ਖਾਣ ਲਈ ਕੋਈ ਆਹਰ ਕਰੇਗਾ। ਆਹਰ ਦੇ ਵਿੱਚ ਫਿਕਰ ਹੋਵੇਗਾ, ਕਰਮ ਹੋਏਗਾ। ਕਰਮ ਹੋਏ ਤਾਂ ਬੰਧਨ ਪਏਗਾ, ਕਰਮ ਕਰੇ ਤਾਂ ਬੰਧਾ। ਕੋਈ ਵੀ ਕੰਮ ਕਰ ਲਓ, ਨੌਕਰੀ ਕਰ ਲਓ, ਕੋਈ ਬਿਜ਼ਨਸ ਕਰ ਲਓ, ਕੋਈ ਖੇਤੀਬਾੜੀ ਕਰ ਲਓ, ਕੋਈ ਕਾਰੋਬਾਰ ਕਰ ਲਓ, ਉਹ 'ਚ ਬੰਧਨ ਤਾਂ ਹੈ। ਕਰਮ ਕਰੇ ਤਾਂ ਬੰਧਾ, ਨਾਹੀਂ ਕਰੇ ਤਾਂ ਨਿੰਦਾ। ਜੇ ਨਹੀਂ ਬੰਦਾ ਕੰਮ ਕਰਦਾ ਤਾਂ ਉਹਦੀ ਨਿੰਦਾ ਹੁੰਦੀ ਹੈ, ਅਤੇ ਜੇ ਕੰਮ ਕਰਦਾ ਤਾਂ ਉਹਨੂੰ ਬੰਧਨ ਪੈਂਦਾ। ਤਾਂ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਵਿੱਚ ਦੁੱਖ ਭੁੱਖ ਬਣਾਏ ਹੋਏ ਨੇ। ਆਪ ਕਿਰਪਾ ਕਰੋ ਸਹਿਸਾ ਇਹੋ ਚੁਕਾਵਹਿ। ਇਹ ਸਹਿਸਾ ਚੁਕਾ ਦਿਓ ਮਹਾਰਾਜ। ਇਹ ਦੁੱਖ ਭੁੱਖ ਦਾ, ਇਹ ਸੰਸਾਰ ਦਾ ਭਰਮ ਕੱਢ ਦਿਓ। ਬਿਨਵੰਤ ਨਾਨਕ ਜਾਏ ਸਹਿਸਾ, ਬੁੱਝੈ ਗੁਰ ਵਿਚਾਰਾ। ਮਹਾਰਾਜ ਬੇਨਤੀ ਰੂਪ ਬਚਨ ਕਰਦੇ ਨੇ। ਕਹਿੰਦੇ ਸਹਿਸਾ ਚਲਾ ਜਾਏਗਾ ਜੇ ਗੁਰੂ ਦੀ ਵਿਚਾਰ ਨੂੰ ਬੁੱਝ ਲਓਗੇ। ਗੁਰੂ ਦੀ ਗੱਲ ਤਾਂ ਬੁੱਝੀ ਜਾਂਦੀ ਹੈ ਜੇ ਆਪਣੀ ਹਉਮੈ ਛੱਡੀਏ। ਉਹ ਸਾਥੋਂ ਛੱਡੀ ਨਹੀਂ ਜਾਂਦੀ, ਇਸ ਕਰਕੇ ਗੁਰੂ ਦੀ ਗੱਲ ਸਮਝ ਨਹੀਂ ਆਉਂਦੀ। ਵੱਡਾ ਸਾਹਿਬ ਹੈ ਆਪ ਅਲਖ ਅਪਾਰਾ। ਉਹ ਵੱਡਾ ਸਾਹਿਬ ਹੈ, ਬਹੁਤ ਵੱਡਾ ਹੈ, ਲਖਿਆ ਨਹੀਂ ਜਾ ਸਕਦਾ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸੋ ਇਹ ਪਾਵਨ ਬਚਨ ਗੁਰੂ ਕੀ ਸੰਗਤ ਨਾਲ ਸਾਂਝੇ ਕੀਤੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਧ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਰ